बिस्मिल्लाहिर्रहमानिर्रहीम। अस्सलाम वालेकुम। मैं हूं मुताहिर तुफ़ैल और आप देख रहे हैं यूट्यूब चैनल। दोस्तों, अल्लाह के करम फजल से मैं बिल्कुल खैरियत से हूं। उम्मीद करता हूं आप भी हंसते मुस्कुराते और मज़े में होंगे। दुनिया में तमाम लोग अपने आप को मसरूफ़ रखने के लिए कोई ना कोई कारोबार करते हैं, बिज़नेस करते हैं और कोई ना कोई शुगल रखते हैं। क्योंकि लोग भी अपने आप को मसरूफ़ रखने के लिए एक शुगल करते हैं, एक बिज़नेस करते हैं, एक कारोबार करते हैं। तो चलिए आज की इस वीडियो में देखते हैं कि वो कौन सा शुगल है और वो इसे कैसे एंजॉय करते हैं। तो चलिए देखते हैं। अस्सलाम वालेकुम रहमतुल्लाह। की हाल है फरूक साहब? अल्लाह का शुक्र। सेहत तबीयत ठीक है भाई? सानू अपने भैंसां दा जिहड़ा तुहाडा ਇਹ ਹੈ ਨਾ ਡੇਅਰੀ ਫਾਰਮ, ਇਹਦੀ ਮਾਲੂਮਾਤ ਦਿਓ ਕਿ ਕਿਸ ਤਰੀਕੇ ਨਾਲ ਕੰਮ ਸ਼ੁਰੂ ਹੁੰਦਾ ਹੈ ਤੇ ਕਿੰਨੀ ਜਗ੍ਹਾ ਦੇ ਵਿੱਚ ਤੁਹਾਡਾ ਜਿਹੜਾ ਫਾਰਮ ਹੈ। ਜੀ ਫਰੂਕ ਸਾਡਾ ਫਾਰਮ ਹੈ ਜਿਹੜਾ ਇਹ 15 ਮਰਲੇ ਦੀ ਜਗ੍ਹਾ ਵਿੱਚ, ਥੋੜਾ ਹੋਣਾ ਜੀ, 15 ਮਰਲੇ ਦੀ ਜਗ੍ਹਾ ਵਿੱਚ। ਅੱਛਾ ਜੀ। ਠੀਕ ਹੈ ਜੀ। ਇਹਦੇ ਵਿੱਚ ਆ ਕੇ ਸਾਡੇ ਕੋਲ ਕੋਈ 30-35 ਭੈਂਸਾਂ ਨੇ। ਕੁਝ ਦੁੱਧ ਦਿੰਦੀਆਂ ਨੇ, ਕੁਝ ਨਹੀਂ ਦਿੰਦੀਆਂ। ਸਹੀ। ਇਹਨਾਂ ਦੇ ਛੋਟੇ ਕਟੇਰ ਨੇ। ਇੱਕ ਟੋਕਾ ਮਸ਼ੀਨ ਹੈ ਜਿਹੜਾ ਬਿਜਲੀ ਤੇ ਚੱਲਦੀ ਹੈ। ਸਹੀ। ਚਾਰਾ ਮੁਖਤਲਿਫ ਮੌਸਮਾਂ ਦੇ ਵਿੱਚ ਮੁਖਤਲਿਫ ਚਾਰਾ ਹੁੰਦਾ ਹੈ। ਸਟਾਲੇ ਹੁਣ ਖਤਮ ਹੋ ਗਏ ਨੇ, ਜੂਨ ਦਾ ਮਹੀਨਾ ਹੈ। ਸਹੀ। ਸਟਾਲੇ ਖਤਮ ਹੋ ਗਏ ਨੇ, ਹੁਣ ਚਰੀ ਚੱਲ ਰਹੀ ਹੈ, ਮਕਈ ਚੱਲ ਰਹੀ ਹੈ, ਜਵਾਰ। ਉਹ ਲਿਆ ਕੇ ਟੋਕੇ ਮਸ਼ੀਨ ਤੇ ਕੁਤਰ ਕੇ ਖੁਰਲੀਆਂ ਬਣੀ ਦੀਆਂ, ਖੁਰਲੀਆਂ ਦੇ ਵਿੱਚ ਪਾ ਦਈਦਾ। ਤੇ 12 ਮਹੀਨੇ ਖਲ ਚੋਖਰ ਵਡੇਵਿਆਂ ਦੀ ਖਲ ਬਣੋਲਾ ਜਿਹਨੂੰ ਕਹਿੰਦੇ ਨੇ, ਉਹ ਸਰੋਂ ਦੀ ਖਲ ਚਲਦੀ ਰਹਿੰਦੀ ਹੈ। ਉਹ ਚੱਲਦੀ ਰਹਿੰਦੀ ਹੈ। ਠੀਕ ਹੈ ਜੀ। 2 ਟਾਈਮ ਚੋਨੇ ਆ, ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ। ਠੀਕ ਹੈ ਜੀ। ਹਰ ਭੈਂਸ ਨੂੰ। ਤੇ ਫਰੂਕ ਸਾਹਿਬ ਇਹ ਦੱਸੋ ਕਿ ਫਾਰਮ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹ ਕਿਹੜੀ ਨੇ? ਮਤਲਬ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ। ਫਾਰਮ ਦੇ ਵਿੱਚ 2-4 ਚੀਜ਼ਾਂ ਬਹੁਤ ਜ਼ਰੂਰੀ ਨੇ। ਇੱਕ ਤੇ ਫਾਰਮ ਹਵਾਦਾਰ ਹੋਣਾ ਚਾਹੀਦਾ ਹੈ, ਰੋਸ਼ਨੀ ਹੋਣੀ ਚਾਹੀਦੀ ਹੈ, ਤੇ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ, ਸਹੀ ਸਾਏ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਜ਼ਬਰਦਸਤ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਬਾਕੀ ਚਾਰਾ ਸ਼ਾਰਾ ਟਾਈਮ ਨਾਲ ਪਾਉਣਾ ਚਾਹੀਦਾ, ਜਾਨਵਰਾਂ ਦੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ, ਡਾਕਟਰ ਦਾ ਵਿਜ਼ਿਟ ਕਰਾਉਣਾ ਚਾਹੀਦਾ। ਜ਼ਬਰਦਸਤ। ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਜਾਨਵਰਾਂ ਵਾਸਤੇ ਬਹੁਤ ਜ਼ਰੂਰੀ ਨੇ। ਜਾਨਵਰਾਂ ਦਾ ਖਿਆਲ ਰੱਖਣਾ, ਉਹਨਾਂ ਦੀ ਖੁਰਾਕ ਦਾ, ਉਹ ਕਮਜ਼ੋਰ ਹੋ ਜਾਂਦੇ ਦੁੱਧ ਦੇ ਕੇ, ਤੇ ਉਹਨਾਂ ਦਾ ਡਾਕਟਰ ਨੂੰ ਕੀ ਦਈਏ ਕੀ ਨਾ ਦਈਏ ਹੈ। ਇਹ ਚੀਜ਼ਾਂ ਸਾਰੀਆਂ ਜਿਹੜੀਆਂ। ਤੇ ਫਰੂਕ ਸਾਹਿਬ ਆਪਣੀ ਕਿਹੜੀ ਬਰਾਦਰੀ ਹੈ? ਅਸਾਂ ਗੁੱਜਰ ਹਾਂ। ਮਾਸ਼ਾਅੱਲਾ। ਜਾਤਲੇ। ਠੀਕ ਹੈ। ਹਾਂਜੀ। ਤੇ ਤੁਸੀਂ ਇਹ ਜਿਹੜਾ ਕਾਰੋਬਾਰ ਹੈ ਤੁਹਾਡੇ ਵਾਲਿਦ ਸਾਹਿਬ ਕਰਦੇ ਰਹੇ ਨੇ ਜਾਂ ਸਾਡੇ ਜੱਦੀ ਕੁਸ਼ਤੀ ਕਾਰੋਬਾਰ ਹੈ। ਪਹਿਲੇ ਰਿਆਸਤ ਜੰਮੂ 'ਚ ਰਹਿੰਦੇ ਰਹੇ ਹਾਂ, ਉੱਥੇ ਵੀ ਜਾਨਵਰਾਂ ਦਾ ਕਾਰੋਬਾਰ ਸੀ। ਤੇ ਜਦੋਂ ਮਾਈਗ੍ਰੇਟ ਕਰਕੇ ਇੱਥੇ ਆ ਗਏ, ਹਾਂਜੀ, ਇੱਥੇ ਵੀ ਸਾਡੇ ਬਜ਼ੁਰਗਾਂ ਨੇ ਨਾ ਇਹ ਸਿਸਟਮ ਰੱਖਿਆ ਹੋਵੇ। ਜ਼ਿਆਦਾ ਜਿਹੜਾ ਵਧਾਇਆ ਕਾਰੋਬਾਰ ਨੂੰ, ਥੋੜਾ ਮਤਲਬ ਮਿਹਨਤ ਮਜ਼ਦੂਰੀ ਸੀ ਨਾਲ। ਹੁਣ 84 ਸਾਲ ਕੋਲ ਲੈ ਕੇ ਨਾ ਤੇ ਇਹੋ ਹੀ ਹੈ। ਸਹੀ। ਮਾਲ ਮਵੇਸ਼ੀ ਤੇ ਹੁਣ ਗੁਜਰਾਂ ਦਾ ਨਾਲੇ ਸੇਵਾ ਵੀ ਇਹੀ ਹੈ, ਮਾਲ ਮਵੇਸ਼ੀ। ਬਿਲਕੁਲ ਸਹੀ। ਹਾਂਜੀ। ਤੇ ਹੁਣ ਤੁਹਾਡੇ ਕੋਲ ਕਰੰਟ ਕਿੰਨੇ ਜਾਨਵਰ ਨੇ ਟੋਟਲ? ਕਰੰਟ ਛੋਟੇ ਵੱਡੇ ਪਾ ਕੇ ਤੇ 40 ਦੇ ਕਰੀਬ ਨਾ 30 ਮੱਝਾਂ ਹੈ ਨੇ। ਉਹਦੇ ਚ ਦੁੱਧ ਦੇਣ ਵਾਲੇ ਜਿਹੜੇ ਜਾਨਵਰ ਨੇ ਦੁੱਧ ਦੇਣ ਵਾਲੀਆਂ ਕੋਈ 15-18 ਨੇ। ਸਹੀ। ਕੋਈ 12-14 ਜਿਹੜੀਆਂ ਨੇ ਉਹ ਗੈਰ ਦੁੱਧ ਦੇਣ ਨੇ। ਸਹੀ। ਜਿਹੜੀਆਂ ਸਿਲਸਿਲਾ ਚੱਲਦਾ ਰਹਿੰਦਾ ਹੈ, ਚੱਲਦਾ ਕੋਈ ਸੁਣਦੀ ਪਈ ਹੈ, ਕੋਈ ਸੁਣਦੀ ਪਈ ਹੈ। ਤੇ ਜਿਹੜੀਆਂ ਦੁੱਧ ਦੇ ਕੇ ਫਾਰਗ ਹੋ ਜਾਂਦੀਆਂ ਨੇ ਉਹਨਾਂ ਨੂੰ ਸੇਲ ਕਰ ਦਿੰਦੇ ਹੋ? ਨਹੀਂ ਕੋਲ ਹੀ ਰੱਖਦੇ? ਨਹੀਂ, ਉਹ ਅਸਾਂ ਮਾਲੀ ਰੱਖਿਆ ਦਾ ਉਹਦੇ ਵਿੱਚ। ਮਾਲੀ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੀ ਜੀ। ਤੇ ਮਾਲੀ ਰੱਖਿਆ ਦਾ ਹੋਏਗਾ ਤੇ ਉਹ ਜਿਹੜੀਆਂ ਜ਼ਰੂਰਤ ਪੈਂਦੀਆਂ ਨੇ ਕਿ ਜੇ ਮੱਝ ਦੁੱਧ ਸਕਾ ਗਈ ਤਾਂ ਉਹਨੂੰ ਵੇਚ ਦਿਓ, ਨਹੀਂ ਉਹ ਨਵੇਂ ਦੁੱਧ ਹੋ ਜਾਂਦੀ ਹੈ। ਸਹੀ। तो एक सिलसिला सर्कुलेशन चलता रहता, कुछ सुननी पई है, कुछ खानी पई है। सही, बिल्कुल सही। फरूक गुज्जर साहब ने सानू बहुत ही ज़बरदस्त प्यारी मालूमात दी है। तो हुण असीं इन्हां कोलों इन्हां दा जिहड़ा शैड है उहदी मालूमात लैंदे आ, इहदा विजिट करने ते देखने आ कि इन्हां ने जिहड़ा शैड बनाया दा वो किड्डा खूबसूरत है ते इहदे विच की चीज़ां जिहड़ियां ने उन्हां ने लाई दियां ने। तो चलो फिर विजिट करने जी। फरूक साहिब सही है जी जी। अरे गदा जो के ते पट्ठे लाई दे बाहरों। ठीक है। पट्ठे लिया के बाद में टोका मशीन जी जी, ਇਹਦੇ ਨਾਲ ਕੁਤਰੀ ਦਾ ਬਿਜਲੀ ਤੇ ਚੱਲਦਾ ਹੈ। ਸਹੀ। ਤੂੜੀ ਮਿਕਸ ਕਰਕੇ ਜੀ ਜੀ, ਤੂੜੀ ਮਿਕਸ ਕਰਕੇ ਤੇ ਇਹ ਖੁਰਲੀਆਂ ਨੇ। ਇਹ ਖੁਰਲੀਆਂ ਨੇ ਜੀ। ਹਾਂ, ਇਹਨਾਂ ਦੇ ਵਿੱਚ ਤੁਸੀਂ ਚਾਰਾ ਜਿਹੜਾ ਨਾ ਪਾਉਂਦੇ ਹੋ? ਪਾ ਦੇਈਦਾ।
ਦੋਸਤੋ ਅੱਛਾ ਔਰ ਕਾਮਯਾਬ ਡੇਅਰੀ ਫਾਰਮ ਬਣਾਉਣ ਵਾਸਤੇ ਸਾਨੂੰ ਚੰਦ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿਹਦੇ ਵਿੱਚ ਡੇਅਰੀ ਫਾਰਮ ਦੇ ਅੰਦਰ ਬਿਜਲੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਚਾਰਾ ਕੱਟਣ ਵਾਸਤੇ ਚਾਰਾ ਮਸ਼ੀਨ ਜਿਹੜੀ ਹੈ ਉਹ ਲਗਾਈ ਜਾਏ, ਅਤੇ ਉਸ ਤੋਂ ਬਾਅਦ ਜਿਹੜਾ ਸ਼ੈੱਡ ਹੈ ਸਾਡਾ ਉਹ ਹਵਾਦਾਰ ਹੋਣਾ ਚਾਹੀਦਾ ਤਾਂ ਕਿ ਹਵਾ ਜਿਹੜੀ ਹੈ ਉਹ ਆ ਜਾ ਸਕੇ, ਹਬਸ ਨਾ ਹੋਏ, ਜਾਨਵਰ ਆਸਾਨੀ ਨਾਲ ਅੰਦਰ ਘੁੰਮ ਫਿਰ ਸਕਣ, ਥੋੜ੍ਹਾ ਜਿਹਾ ਖੁੱਲ੍ਹਾ ਹੋਣਾ ਚਾਹੀਦਾ। ਅਤੇ ਜਿੰਨੇ ਜਾਨਵਰਾਂ ਦੀ ਕਪੈਸਿਟੀ ਹੈ, ਫਾਰ ਐਗਜ਼ਾਮਪਲ ਤੁਸੀਂ 40 ਜਾਨਵਰਾਂ ਦੀ ਕਪੈਸਿਟੀ ਰੱਖੀ ਹੈ ਤਾਂ ਉੱਥੇ 35 ਰੱਖੋ। ਦੂਸਰੀ ਬਾਤ ਇਹ ਹੈ ਕਿ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ। ਇਨਸਾਨਾਂ ਦੀ ਤਰ੍ਹਾਂ ਜਾਨਵਰ ਵੀ ਪਾਣੀ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਨੇ ਅਤੇ ਫਰੈਸ਼ ਪਾਣੀ ਹੋਣਾ ਚਾਹੀਦਾ। ਮੋਟਰ ਪੰਪ ਲੱਗਾ ਹੋਣਾ ਚਾਹੀਦਾ ਜਾਂ ਕੋਈ ਜੋ ਵੀ ਕੋਈ ਇੰਤਜ਼ਾਮ ਹੋਏ ਉਹਦੇ ਅੰਦਰ ਪਾਣੀ ਦਾ ਫਰੈਸ਼ ਹੋਣਾ ਬਹੁਤ ਹੀ ਜ਼ਰੂਰੀ ਹੈ। ਅਤੇ ਇੱਕ ਡਾਕਟਰ ਜਿਹੜਾ ਉਹਦਾ ਵਿਜ਼ਿਟ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਅਗਰ ਕੋਈ ਜਾਨਵਰ ਬਿਮਾਰ ਹੋ ਜਾਏ, ਕੋਈ ਜਾਨਵਰ ਮਸਲਾ ਹੋ ਜਾਏ, ਉਹਨੂੰ ਖੁਰਾਕ ਨਾ ਖਾ ਰਿਹਾ ਜਾਂ ਕੋਈ ਵੀ ਇਸ਼ੂ ਹੋਏ ਤਾਂ ਉਹ ਡਾਕਟਰ ਜਿਹੜਾ ਵਿਜ਼ਿਟ ਕਰੇ ਅਤੇ ਡਾਕਟਰ ਦੱਸੇ ਕਿ ਜਨਾਬ ਇਹਨੂੰ ਮੈਡੀਸਨ ਜਿਹੜੀ ਹੈ ਉਹ ਦਿੱਤੀ ਜਾਏ। ਅਤੇ ਸਭ ਤੋਂ ਅਹਿਮ ਐਲੀਮੈਂਟ ਇਹ ਹੈ ਕਿ ਇੱਥੇ ਅਫਰਾਦੀ ਕੁਵਤ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਤੇ ਉਮੀਦ ਕਰਨੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਅਗਰ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ ਨੂੰ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਨਵੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ। ਇਹਦੇ ਨਾਲ ਹੀ ਮੁਤਾਹਿਰ ਤੁਫੈਲ ਨੂੰ ਦਵੋ ਇਜਾਜ਼ਤ। ਆਪਣਾ ਬਹੁਤ ਸਾਰਾ ਖਿਆਲ ਰੱਖੋ ਅਤੇ ਅੱਲਾ ਨਿਗਹਿਬਾਨ। ਖੁਦਾ ਹਾਫਿਜ਼।